ਹੈਲੋ ਦੋਸਤੋ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਕੀਜਾ ਟਿਊਸ਼ਨ ਦੇ ਵਿੱਚ। ਤਾਂ ਸਾਰੇ ਸਟੂਡੈਂਟਸ ਨੂੰ ਦੱਸਿਓ ਜੀ, ਆਪਣੀ ਇੰਗਲਿਸ਼ ਦੀ ਜਿਹੜੀ ਕਲਾਸ ਹੈ 5 ਵੱਜ ਚੁੱਕੇ ਹੈ, ਸਟਾਰਟ ਹੋ ਚੁੱਕੀ ਹੈ। ਤੁਹਾਨੂੰ ਪਤਾ ਕਿ ਹਰ ਸ਼ਨੀਵਾਰ ਅਤੇ ਸੋਮਵਾਰ ਨੂੰ ਆਪਣੀ ਇੰਗਲਿਸ਼ ਦੀ ਕਲਾਸ ਹੁੰਦੀ ਹੈ ਸ਼ਾਮ ਨੂੰ 5 ਵਜੇ। ਤਾਂ ਸਾਰੇ ਸਟੂਡੈਂਟਸ ਨੂੰ ਦੱਸਿਓ ਜੀ। ਤਾਂ ਫਿਰ ਆਪਾਂ ਸਟਾਰਟ ਕਰੀਏ ਅੱਜ ਦਾ ਇੰਗਲਿਸ਼ ਦਾ ਲੈਕਚਰ ਆਪਣਾ। ਮੈਂ ਫਿਰ ਇੱਕ ਵਾਰ ਦੱਸ ਦਿੰਦਾ ਜੀ, ਇੰਗਲਿਸ਼ ਨੂੰ ਜਿਹੜੇ ਸਟੂਡੈਂਟ ਕਹਿੰਦੇ ਆ ਕਿ ਸਰ ਸਟਰੋਂਗ ਕਿਵੇਂ ਕਰੀਏ, ਆਪਣੀ ਰੀਡਿੰਗ ਵੱਲ ਧਿਆਨ ਦੇਣਾ ਜੀ। ਆਪਾਂ ਕਾਹਦੇ ਵੱਲ? ਰੀਡਿੰਗ ਵੱਲ। ਦੂਜੀ ਗੱਲ ਆਪਾਂ ਵੋਕੈਬ ਵੱਲ ਧਿਆਨ ਦੇਣਾ ਅਤੇ ਫਿਰ ਆਪਾਂ ਗ੍ਰਾਮਰ ਵੱਲ ਧਿਆਨ ਦੇਣਾ। ਤਾਂ ਸਾਰੇ ਸਟੂਡੈਂਟਸ ਨੂੰ ਦੱਸਿਓ ਜੀ ਕਿ ਕਲਾਸ ਆਪਣੀ ਸਟਾਰਟ ਹੋ ਚੁੱਕੀ ਹੈ। ਟੈਲੀਗ੍ਰਾਮ ਗਰੁੱਪ ਦੇ ਵਿੱਚ ਦੱਸਿਓ। ਤਾਂ ਜਿਨ੍ਹਾਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ ਜੀ, ਉਹ ਵੀ ਜੁਆਇਨ ਕਰ ਸਕਦੇ ਹੋ। ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਲਿੰਕ। ਤਾਂ ਤੁਹਾਨੂੰ ਦੱਸ ਦਈਏ ਕਿ ਆਪਣੀ ਸ਼ਨੀਵਾਰ ਅਤੇ ਸੋਮਵਾਰ ਨੂੰ 5 ਵਜੇ ਇੰਗਲਿਸ਼ ਦੀ ਕਲਾਸ ਹੁੰਦੀ ਹੈ ਅਤੇ 5 ਵਜੇ, ਅਤੇ ਬਾਕੀ ਦਿਨ ਆਪਣੀ 5 ਵਜੇ ਮੈਥ ਦੀ ਕਲਾਸ ਹੁੰਦੀ ਹੈ। ਕੱਲ੍ਹ ਕਿਸੇ ਪ੍ਰੋਬਲਮ ਕਾਰਨ ਮੈਥ ਦੀ ਕਲਾਸ ਨਹੀਂ ਹੋ ਸਕੀ, ਵਿੱਚ ਬੰਦ ਹੋ ਗਈ ਸੀ। ਤਾਂ ਆਪਾਂ ਮੰਗਲਵਾਰ ਨੂੰ ਕਰਾਂਗੇ ਜੀ ਮੀਡੀਅਨ। ਨੈਕਸਟ ਦੇਖੋ, ਤਾਂ ਸ਼ੁਰੂ ਕਰਦੇ ਹਾਂ ਆਪਾਂ ਇੰਗਲਿਸ਼। ਦੇਖੋ ਸ਼ੁਰੂ ਕਰਦੇ ਹਾਂ ਜੀ ਵੋਕੈਬ। ਫਸਟ ਵਰਡ ਤੁਹਾਡੇ ਸਾਹਮਣੇ ਡੋਮੈਸਟਿਕ। ਡੋਮੈਸਟਿਕ ਦਾ ਮਤਲਬ ਹੁੰਦਾ ਘਰੇਲੂ, ਮਤਲਬ ਫੈਮਲੀਅਰ। ਮਤਲਬ ਜੋ ਚੀਜ਼ ਆਪਣੀ ਡੋਮੈਸਟਿਕ ਹੋਵੇ, ਮਤਲਬ ਘਰੇਲੂ ਹੋਵੇ, ਉਹਨੂੰ ਆਪਾਂ ਬੋਲਦੇ ਹਾਂ ਕਿ ਡੋਮੈਸਟਿਕ ਹੈ। ਜਿਵੇਂ ਕਿ ਆਪਣੀਆਂ ਡੋਮੈਸਟਿਕ ਫਲਾਈਟਸ ਹੁੰਦੀਆਂ ਕਿ ਜਿਹੜੀਆਂ ਸਿਰਫ ਇੰਡੀਆ ਅਤੇ ਇੰਡੀਆ ਦੇ ਵਿੱਚ ਹੀ ਚੱਲਦੀਆਂ, ਉਹ ਆਪਣੀਆਂ ਡੋਮੈਸਟਿਕ ਫਲਾਈਟਸ ਹੁੰਦੀਆਂ ਜੀ। ਸਾਰੇ ਸਟੂਡੈਂਟਸ ਨੇ ਯਾਦ ਰੱਖਣਾ। ਨੈਕਸਟ ਵਰਡ ਹੈ ਸਪਰਨ। ਸਪਰਨ ਦਾ ਮਤਲਬ ਹੁੰਦਾ ਠੁਕਰਾ ਦੇਣਾ, ਕਿਸੇ ਨੂੰ ਮਤਲਬ ਰਿਜੈਕਟ ਕਰ ਦੇਣਾ। ਆਪਾਂ ਕਹਿ ਸਕਦੇ ਹਾਂ ਕਿ ਸਪਰਨ ਠੁਕਰਾ ਦੇਣਾ, ਤਾਂ ਉਹਨੂੰ ਕੀ ਕਹਿੰਦੇ ਆ? ਸਪਰਨ। ਨੈਕਸਟ ਹੈ ਸਟਿਫਲ। ਸਟਿਫਲ ਦਾ ਮਤਲਬ ਹੁੰਦਾ ਰੋਕਣਾ, ਦਬਾ ਦੇਣਾ। ਮਤਲਬ ਕੋਈ ਕੰਮ ਕਰਨ ਚੱਲੀਏ ਆਪਾਂ ਅਤੇ ਕੋਈ ਅੱਗੋਂ ਆ ਕੇ ਕਵੇ ਕਿ ਨਹੀਂ, ਇਹ ਕੰਮ ਨਹੀਂ ਕਰਨਾ, ਮੈਂ ਇੱਥੇ ਕੰਮ ਨਹੀਂ ਹੋਣ ਦੇਣਾ, ਤਾਂ ਇਹਦਾ ਮਤਲਬ ਹੁੰਦਾ ਕਿ ਕੰਮ ਨੂੰ ਰੋਕ ਦਿੱਤਾ ਜਾਂਦਾ, ਸਟਿਫਲ ਕਰ ਦਿੱਤਾ ਜਾਂਦਾ, ਦਬਾ ਦਿੱਤਾ ਜਾਂਦਾ। ਨੈਕਸਟ ਵਰਡ ਹੈ ਪਿਊਟੇਟਿਵ। ਪਿਊਟੇਟਿਵ ਦਾ ਮਤਲਬ ਹੁੰਦਾ ਜੋ ਪਹਿਲਾਂ ਤੋਂ ਸੋਚਿਆ ਹੋਵੇ। ਪਹਿਲਾਂ ਤੋਂ ਸੋਚਿਆ ਹੋਵੇ ਦਾ ਮਤਲਬ ਕਿ ਤੁਸੀਂ ਕਹੋ ਕਿ ਅਸੀਂ ਮਤਲਬ ਇੰਗਲਿਸ਼ ਦੇ ਮਤਲਬ ਕਹਿ ਦਿਓ ਕਿ ਐਗਜ਼ਾਮ ਤੋਂ ਪਹਿਲਾਂ ਇੰਗਲਿਸ਼ ਦੀ ਵੋਕੈਬ ਪੜ੍ਹਾਂਗੇ, ਤਾਂ ਜੋ ਪਹਿਲਾਂ ਤੋਂ ਸੋਚਿਆ ਹੋਵੇ ਉਹਨੂੰ ਕਹਿੰਦੇ ਆ ਪਿਊਟੇਟਿਵ। ਤਾਂ ਬਹੁਤ ਵਧੀਆ ਵਰਡ ਹੈ ਜੀ। ਨੈਕਸਟ ਹੈ ਪੁਸੀਲੇਨੀਮਸ। ਪੁਸੀਲੇਨੀਮਸ ਦਾ ਮਤਲਬ ਹੁੰਦਾ ਡਰਪੋਕ। ਜੋ ਬੰਦਾ ਡਰਪੋਕ ਹੋਵੇ ਉਹਨੂੰ ਕਹਿੰਦੇ ਆ ਪੁਸੀਲੇਨੀਮਸ। ਨੈਕਸਟ ਹੈ ਪ੍ਰੋਕਲੀਵਿਟੀ। ਪ੍ਰੋਕਲੀਵਿਟੀ ਦਾ ਮਤਲਬ ਹੁੰਦਾ ਇੱਕ ਤਰਫ ਝੁਕਾ। ਜਿਵੇਂ ਦੇਖੋ ਕਿ ਤੁਹਾਡੇ ਸਾਹਮਣੇ 50 ਬੰਦੇ ਖੜ੍ਹੇ ਹੈ, ਤੁਸੀਂ ਵਿੱਚੋਂ 2-3 ਬੰਦਿਆਂ ਨੂੰ ਹੀ 2-3 ਵਾਰ ਗਿਫਟ ਦੇਤਾ, ਤਾਂ ਉਹਦਾ ਮਤਲਬ ਹੁੰਦਾ ਕਿ ਇੱਕ ਤਰਫ ਹੀ ਝੁਕਾਓ ਸੀ। ਮਤਲਬ 2-3 ਜਣਿਆਂ ਦੀ ਹੀ ਮਤਲਬ ਉੱਥੇ ਆਦਰ ਸਨਮਾਨ ਕੀਤਾ ਗਿਆ, ਬਾਕੀ ਕਿਸੇ ਨੂੰ ਨਹੀਂ ਪੁੱਛਿਆ ਗਿਆ, ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਕਲੀਵਿਟੀ, ਇੱਕ ਤਰਫ ਝੁਕਾ। ਨੈਕਸਟ ਵਰਡ ਹੈ ਸਟੈਂਪੇਡ। ਸਟੈਂਪੇਡ ਦਾ ਮਤਲਬ ਹੁੰਦਾ ਭਗਦੜ। ਤੁਸੀਂ ਦੇਖਿਆ ਹੀ ਹੋਣਾ ਕਈ ਵਾਰ, ਜਿਵੇਂ ਬਹੁਤ ਜ਼ਿਆਦਾ ਜਿੱਥੇ ਰਸ਼ ਹੁੰਦਾ ਉੱਥੇ ਭਗਦੜ ਮੱਚ ਜਾਂਦੀ ਹੈ, ਤਾਂ ਕਈ ਮਤਲਬ ਲੋਕਾਂ ਨੂੰ ਉੱਥੇ ਚੋਟ ਵੀ ਆਉਂਦੀ ਹੈ, ਮਤਲਬ ਪ੍ਰੋਬਲਮ ਵੀ ਹੋ ਜਾਂਦੀਆਂ, ਤਾਂ ਆਪਾਂ ਕਹਿ ਸਕਦੇ ਹਾਂ ਸਟੈਂਪੇਡ, ਭਗਦੜ। ਨੈਕਸਟ ਹੈ ਫੋਰਕਲੋਜ਼। ਫੋਰਕਲੋਜ਼ ਦਾ ਮਤਲਬ ਹੁੰਦਾ ਮਨਾ ਕਰ ਦੇਣਾ, ਕੋਈ ਕੰਮ ਕਰਨ ਤੋਂ ਮਨਾ ਕਰ ਦੇਣਾ। ਜਿਵੇਂ ਤੁਹਾਨੂੰ ਜੋਬ ਨਾ ਜਿਹੜੀ ਪਸੰਦ ਹੋਵੇ, ਤੁਸੀਂ ਉਹ ਕਹਿ ਦਿੰਦੇ ਹੋ, ਰਿਜੈਕਟ ਕਰ ਦਿੰਦੇ ਹੋ, ਤੁਸੀਂ ਉੱਥੇ ਜਵਾਬ ਦੇ ਦਿੰਦੇ ਹੋ ਕਿ ਮੈਂ ਇਹ ਜੋਬ ਨਹੀਂ ਕਰਾਂਗਾ, ਤਾਂ ਇਹਦਾ ਮਤਲਬ ਇਹ ਮਨਾ ਕਰ ਦੇਣਾ। ਨੈਕਸਟ ਹੈ ਸਲੰਪ। ਸਲੰਪ ਦਾ ਮਤਲਬ ਹੁੰਦਾ ਮੰਦੀ, ਗਿਰਾਵਟ। ਇਕੋਨਮੀ ਦਾ ਬਹੁਤ ਵਧੀਆ ਵਰਡ ਹੈ ਜੀ ਸਲੰਪ, ਜਿਹਦਾ ਮਤਲਬ ਹੁੰਦਾ ਮੰਦੀ, ਗਿਰਾਵਟ। ਨੈਕਸਟ ਵਰਡ ਹੈ ਵੈਨੀਰੇਟ। ਵੈਨੀਰੇਟ ਦਾ ਮਤਲਬ ਹੁੰਦਾ ਸਨਮਾਨਿਤ ਕਰਨਾ, ਕਿਸੇ ਦਾ ਆਦਰ ਕਰਨਾ, ਤਾਂ ਉਹਨੂੰ ਕੀ ਕਹਿੰਦੇ ਆ? ਵੈਨੀਰੇਟ। ਯਾਦ ਰੱਖਿਓ ਜੀ, ਬੜਾ ਵਧੀਆ ਵਰਡ ਹੈ ਵੈਨੀਰੇਟ, ਸਨਮਾਨਿਤ ਕਰਨਾ, ਆਦਰ ਕਰਨਾ। ਨੈਕਸਟ ਹੈ ਸਕੂਪਰ। ਸਕੂਪਰ ਦਾ ਮਤਲਬ ਹੁੰਦਾ ਤਬਾਹ ਕਰ ਦੇਣਾ। ਸਕੂਪਰ ਦਾ ਮਤਲਬ ਕੀ ਹੁੰਦਾ? ਤਬਾਹ ਕਰ ਦੇਣਾ, ਡਿਸਟਰੋਏ ਕਰ ਦੇਣਾ। ਨੈਕਸਟ ਹੈ ਰਿਪਰਾਈਵ। ਰਿਪਰਾਈਵ ਦਾ ਮਤਲਬ ਹੁੰਦਾ ਦੰਡ ਵਿਰਾਮ, ਜਿਹਨੂੰ ਹਿੰਦੀ ਦੇ ਵਿੱਚ ਕਹਿੰਦੇ ਆ। ਮਤਲਬ ਜਿਵੇਂ ਦੇਖੋ ਕਿ ਕਿਸੇ ਨੂੰ ਪਨਿਸ਼ਮੈਂਟ ਮਿਲੀ ਹੋਵੇ, ਤਾਂ ਉਸ ਪਨਿਸ਼ਮੈਂਟ ਨੂੰ ਜਦੋਂ ਕੈਂਸਲ ਕਰ ਦਿੱਤਾ ਜਾਂਦਾ, ਉਹਦੇ ਦੰਡ ਨੂੰ ਜਦੋਂ ਕੈਂਸਲ ਕਰ ਦਿੱਤਾ ਜਾਂਦਾ, ਤਾਂ ਉਹਨੂੰ ਕਹਿੰਦੇ ਆ ਰਿਪਰਾਈਵ। ਤਾਂ ਬੜਾ ਵਧੀਆ ਵਰਡ ਹੈ, ਲਿਖਦੇ ਜਾਓ ਜੀ ਸਾਰੇ, ਜਾਂ ਚੰਗੀ ਤਰ੍ਹਾਂ ਪੜ੍ਹਦੇ ਜਾਓ, ਹੋਰ ਪਾਸੇ ਨਾ ਧਿਆਨ ਦਿਓ, ਕਮੈਂਟ ਹੋਰ ਪਾਸੇ ਕੋਈ ਨਾ ਕਰਿਓ, ਬਸ ਧਿਆਨ ਨਾਲ ਸਮਝਦੇ ਜਾਓ ਕਿ ਵਰਡ ਕੀ ਹੈ ਤੁਹਾਡੇ ਸਾਹਮਣੇ। ਮੈਂ ਬਿਲਕੁਲ ਆਰਾਮ ਨਾਲ ਬੋਲ ਰਿਹਾ, ਕਿਉਂਕਿ ਕਈ ਸਟੂਡੈਂਟ ਕਹਿ ਦਿੰਦੇ ਕਿ ਸਰ ਤੇਜ਼ ਨਾ ਬੋਲਿਆ ਕਰੋ, ਕਿਉਂਕਿ ਇਹ ਜਿਹੜਾ ਰਿਕਾਰਡਿੰਗ ਹੈ ਮੈਂ ਹੁਣ ਤੀਸਰੀ ਵਾਰ ਕਰਨ ਲੱਗਿਆ। ਮਤਲਬ ਪਹਿਲਾਂ ਜਿਹੜੀ ਇੱਕ ਵਾਰ ਰਿਕਾਰਡਿੰਗ ਕੀਤੀ ਤਾਂ ਬਹੁਤ ਤੇਜ਼ ਹੋ ਗਈ, ਮੈਂ ਫਿਰ ਕੈਂਸਲ ਕੀਤੀ। ਜਦੋਂ ਦੂਜੀ ਵਾਰ ਰਿਕਾਰਡਿੰਗ ਕੀਤੀ ਤਾਂ ਵਿੱਚੋਂ ਰਿਕਾਰਡਿੰਗ ਬੰਦ ਹੋ ਗਈ, ਮੈਂ ਫਿਰ ਕੈਂਸਲ ਮਤਲਬ ਕੀਤੀ। ਹੁਣ ਇਹ ਤੀਜੀ ਵਾਰ ਤੁਹਾਡੇ ਸਾਹਮਣੇ ਬੋਲ ਰਿਹਾ, ਬੜੇ ਆਰਾਮ ਨਾਲ ਬੋਲ ਰਿਹਾ। ਨੈਕਸਟ ਹੈ ਐਸਪੀਓਨੇਜ। ਐਸਪੀਓਨੇਜ ਦਾ ਮਤਲਬ ਹੁੰਦਾ ਜਾਸੂਸੀ ਕਰਨੀ। ਤਾਂ ਐਸਪੀਓਨੇਜ ਦਾ ਮਤਲਬ ਕੀ ਹੁੰਦਾ? ਜਾਸੂਸੀ ਕਰਨੀ, ਕਿਸੇ ਦੀ ਜਾਸੂਸੀ ਕਰਨੀ, ਤਾਂ ਉਹਨੂੰ ਕਹਿੰਦੇ ਆ ਜੀ ਜਾਸੂਸ। ਤਾਂ ਤੁਸੀਂ ਸਮਝਦੇ ਹੀ ਹੋ ਸਾਰੇ ਆਰਾਮ ਨਾਲ ਹੀ। ਨੈਕਸਟ ਹੈ ਕੋਰਸ। ਕੋਰਸ ਦਾ ਮਤਲਬ ਹੁੰਦਾ ਕਿਸੇ ਨੂੰ ਕੋਈ ਕੰਮ ਕਰਨ ਲਈ ਮਜਬੂਰ ਕਰਨਾ, ਕਿ ਮਤਲਬ ਦੇਖੋ ਕਿਸੇ ਬੰਦੇ ਦਾ ਕੰਮ ਮਤਲਬ ਕਰਨ ਨੂੰ ਜੀ ਨਾ ਕਰਦਾ ਹੋਵੇ, ਤਾਂ ਉਹਨੂੰ ਮਜਬੂਰ ਜਦੋਂ ਕੀਤਾ ਜਾਵੇ ਕਿ ਨਹੀਂ ਇਹ ਕੰਮ ਕਰਨਾ ਹੀ ਕਰਨਾ, ਨਹੀਂ ਤਾਂ ਅਸੀਂ ਤੈਨੂੰ ਜੋਬ ਤੋਂ ਕੱਢ ਦੇਵਾਂਗੇ, ਜਾਂ ਫਿਰ ਕੋਈ ਹੋਰ ਵੀ ਕਾਰਨ ਹੋ ਸਕਦੇ ਆ, ਤਾਂ ਫਿਰ ਆਪਾਂ ਉੱਥੇ ਕੀ ਕਹਿ ਸਕਦੇ ਹਾਂ ਕਿ ਕੋਰਸ।
तो याद रखियो जी। नैक्सट है कन्फैशनल। कन्फैशनल का मतलब होंदा है अपराध स्वीकार कर लेना। तुसीं सुनिया होना कि कोर्ट दे विच अपराधी आपदा स्वीकार करते हैं मतलब अपराध, तो वो सारी प्रक्रिया नूं कहा जाता है कन्फैशनल। तो याद रखियो जी, बड़ा वधिया वर्ड है कन्फैशनल। नैक्सट वर्ड है रीइनविगोरेट। रीइनविगोरेट का मतलब होंदा है पुनर्जीवित करना, दोबारा मतलब उस चीज़ का मतलब बना देना उन्होंने नਵੇਂ वर्गी, तो उन्होंने आप कह सकते हैं पुनर्जीवित करना, रीइनविगोरेट। नैक्सट है कंप्लाइंस। कंप्लाइंस का मतलब होंदा अनुपालन करना। की होंदा जी, किसी की पालना करना, अनुपालन करना मतलब कंप्लाइंस। नैक्सट है इनएविटेबल। इनएविटेबल का मतलब होंदा नसैसरी, जरूरी, कोई चीज़ बहुत जरूरी होना, नसैसरी होना, उन्होंने आप कह देंगे इनएविटेबल। नैक्सट है कॉन्ट्रैक्शन। कॉन्ट्रैक्शन का मतलब होंदा संकुचन। मतलब देखो कोई चीज़ बहुत वड्डी होंदी है लेकिन वो सुंगड़ जाती है, सुंगड़ के वो छोटी हो जाती है, तो उन्होंने आप कह देंगे संकुचन। नैक्सट है कोगनीजेंट। कोगनीजेंट का मतलब होंदा जानकार, जो आपदी फील्ड दे विच सारा कुछ जानदा होवे, जिसनों आपदे मतलब सबजैक्ट की पूरी जानकारी होवे, उन्होंने आप कह देंगे कोगनीजेंट। नैक्सट है परज। परज का मतलब होंदा मिटा देना, एलिमीनेट कर देना। तो परज का मतलब की होंदा एलिमीनेट कर देना, उन्होंने मतलब मिटा देना किसी चीज़ नूं। नैक्सट है कवीट। कवीट का मतलब होंदा चेतावनी, वार्निंग। जिवें आपां कई बार तुसीं सुनिया ही होना है वार्निंग, बहुत बार आम जा वर्ड है जी, उन्होंने कहते हैं कवीट। नैक्सट है कोनंड्रम। कोनंड्रम का मतलब होंदा बुझारत, मतलब पहेली, जिन्होंने आप हिंदी च बोलते हैं ना पहेली, तो मैं थोड़ा अगे भी करवाया सी, ये वर्ड याद रखो। नैक्सट है मरके। मरके का मतलब होंदा ਜਾਂ मरकी। मरकी का मतलब होंदा डार्क, गलूमी, निराशा, अंधेरा। ये सनलैस भी पा सकते हैं आप, जिसे पूरा अंधेरा होवे, निराशा होवे, उन्होंने मरकी कहते हैं। याद रखियो जी, बहुत ही ज़्यादा वधिया वर्ड है। नैक्सट है प्रोगनी। प्रोगनी का मतलब होंदा है कि किसी एनीमल, प्लांट ਅਤੇ परसन के वंश ਨੂੰ ਕਿਹਾ ਜਾਂਦਾ ਹੈ। मतलब किसी एनीमल ਦੇ, प्लांट ਦੇ ਤੇ परसन ਦੇ वंश ਨੂੰ ਕਿਹਾ ਜਾਂਦਾ ਹੈ। मतलब आने वाले वंशज ਨੂੰ ਕੀ ਕਿਹਾ ਜਾਂਦਾ है, प्रोगनी। तो ये सिनोनियम की है, ऑफ स्प्रिंग भी इनू कह देंगे है। तो यदा एक होर भी है प्रोगेनीचर, प्रोगैनीचर, तो इनू आप ये भी बोल दें, ठीक है जी। तो प्रोगनी। नैक्सट है टमुल्टियस। टमुल्टियस का मतलब होंदा कन्फ्यूजड। तो टमुल्टियस का मतलब की होंदा, टमुल्टियस का मतलब होंदा कन्फ्यूजड, डिसऑर्डर। तो वो जी कन्फ्यूजड सिचुएशन होंदी है, उन्होंने आप की कह दें टमुल्ट। तो याद रखियो, बड़ा वधिया वर्ड है टमुल्टियस। नैक्सट है पलपेबल। पलपेबल का मतलब होंदा जिसनों आसानी नाल समझा जा सके। पलपेबल का मतलब होंदा ईजी टू अंडरस्टैंड, जिहड़ी चीज़ नूं सारे समझ जान, बड़ी आसानी नाल समझ जान, तो वो की होंदा पलपेबल। जिवें मैथ हुण तुहाडे लई पलपेबल बन चुकिया, तुसीं आसानी नाल हर फार्मूला भी समझ लैंदे हो, हर सवाल भी समझ लैंदे हो। तो ईजी टू अंडरस्टैंड, जिन्हों आप समझ सकीए आराम नाल। नैक्सट वर्ड है मशरूम। मशरूम का मतलब होंदा इनक्रीज़। तो मशरूम का मतलब की होंदा जी इनक्रीज़, मतलब ग्रोइंग, ग्रोथ, इनक्रीज़। नैक्सट है एक्सरबेट। एक्सरबेट का मतलब होंदा कि किसी सिचुएशन नूं होर खराब कर देना। देखो सिचुएशन तो अगे जिवें खराब हैगी है, लेकिन सिचुएशन नूं होर खराब कर देना, उन्होंने कहते हैं एक्सरबेट। नैक्सट है डिससैटिस्फाइड। ये सारे नूं आउंदा ही होगा, डिससैटिस्फाइड, असंतुष्ट, मतलब संतुष्टि ना होना पूरी, असंतुष्ट, बिल्कुल जी। जिवें हुण मैं इंग्लिश का लैक्चर 5 मिनट का दे देवां तो तुसीं आखोगे सर असीं तां डिससैटिस्फाई है इस लैक्चर तो, क्योंकि ये कि 5 मिनट का थोड़ी लैक्चर हुंदा। तां करके लैक्चर नूं वड्डा मतलब बनाया जाता, जिहदे विच सारा कुछ इनकलूड किया जाता। देखो 40 वर्ड वकैब दे लिखने कोई आसान काम नहीं हुंदा, मतलब बहुत कोई ईजी काम नहीं हुंदा इन्हां नूं लभना, क्योंकि डेली मतलब इन्हां नूं मैं लिखदा फिर तुहाडे लई ये लैके आउणा भी इहदे विच्चों एग्जाम ते पूछे जाते हैं, बड़े इंपॉर्टेंट ते वधिया वर्ड है जी। नैक्सट है सप्रैस। सप्रैस का मतलब होंदा डिस्करेज, रोकना किसी नूं, बांधा डालना किसी के काम दे विच, डिस्करेज करना कि तू नहीं कर सकता, तू नहीं कर सकता, पहले ही कही जाना, वो होंदा डिस्करेज। तो सप्रैस का मतलब होंदा दबा देना, रोक देना। नैक्सट है स्वे। बोलबाला। बोलबाला या इन्फ्लुएंस, मतलब पुराने जमाने तुसीं सुनिया ही होना कि किसी राजे महाराजिਆਂ ਦਾ बोलबाला हुंदा सी, उन्हां दे राज दे विच सारे उन्हां दी गल मनदे सी, उन्हां तो बिना कुछ भी नहीं हुंदा सी, तो उन्होंने आप कह सकते हैं स्वे, बोलबाला, इन्फ्लुएंस। नैक्सट है क्वेस्ट। क्वेस्ट का मतलब होंदा खोज, किसी चीज़ की खोज कड्ढनी। नैक्सट है डवैल। डवैल का मतलब होंदा निवास स्थान, जिथे आप रह रहे हुंदे हैं, मतलब रहन वाली थां हुंदी है, और डवैल हुंदी है। याद रखियो जी, बहुत ही ज़्यादा सिंपल वर्ड है, बहुत ही ज़्यादा। देखो मैं बड़े आराम नाल तुहानूं पढ़ा रहा, कोई मैं मतलब काली नहीं कर रहा बिल्कुल भी। नैक्सट है डिक्राई। डिक्राई का मतलब होंदा है, देखो डिक्राई का मतलब होंदा निंदा करनी, बुराई करनी।
जिहदा सिनोनियम पे सेंश्योर, याद रखियो। नैक्सट है बीमोन। बीमोन का मतलब होंदा पछताना, शोक करना, मतलब जो आपां नूं पछतावा लग जाए किसी चीज़ का तो उन्होंने आपां की कहने हैं, पछताना, शोक करना। आम जा वर्ड है जी पछताना, तो तुहानूं याद ही होगा, मतलब तुसीं सुनिया बहुत बार होना। नैक्सट है वास्ट। वास्ट का मतलब होंदा बहुत वड्डा, विशाल, हयूग, व्यापक। तो इहदा सिनोनियम की होंदा, कॉम्प्रीहेंसिव। कॉम्प्रीहेंसिव का मतलब भी की होंदा, व्यापक। तो कॉम्प्रीहेंसिव का भी मतलब की होंदा, व्यापक। और वास्ट, वास्ट तो बहुत ही सुनिया होना जी तुसीं, वास्ट सबजैक्ट, तो उन्होंने की कहते हैं, बहुत वड्डा, व्यापक। नैक्सट है मैनीफोल्ड। मैनीफोल्ड का मतलब होंदा जिन्हें बहुत ज़्यादा मीनिंग होन, जिन्हें बहुत ज़्यादा एलीमेंट होन, बहुत ज़्यादा मीनिंग होन, उन्होंने कहते हैं मैनीफोल्ड। नैक्सट है स्कैप्टिकल। स्कैप्टिकल का मतलब शक्की, शक करने वाला, तो उन्होंने की बोलते हैं, स्कैप्टिकल। तो अपने अज आप 40 वर्ड देखो वकैब दे किते है, सारे उतार लो, नोट्स जरूर बनाते जाओ, इन्हों पढ़ते जाओ। नैक्सट आप करते हैं प्रेजेंट परफेक्ट कंटीन्यूस टेंस। देखो आप प्रेजेंट इंडेफिनेट भी कर लिया, आप प्रेजेंट कॉन्टीन्यूस भी कर लिया, आप प्रेजेंट परफेक्ट भी कर लिया, आप करन जा रहे हैं प्रेजेंट परफेक्ट कॉन्टीन्यूस। ये की करन जा रहे हैं, प्रेजेंट परफेक्ट कॉन्टीन्यूस टेंस। देखो दिस टाइप ऑफ टेंस इज यूज्ड टू एक्सप्रैस दोज एक्शंस दैट हैड बिगन इन द पास्ट एंड आर स्टिल इन प्रोग्रेस। देखो ਜਿਹੜਾ ਕੰਮ ਪਾਸਟ ਦੇ ਵਿੱਚ ਸ਼ੁਰੂ ਹੋਇਆ ਹੋਵੇ ਬਟ ਹੁਣ ਤੱਕ ਚੱਲੀ ਜਾ ਰਿਹਾ, मतलब ਹੁਣ ਤੱਕ ਜਿਹੜਾ ਚੱਲੀ ਜਾ ਰਿਹਾ ਉਹਨੂੰ ਕੀ ਕਹਿੰਦੇ, ਉੱਥੇ ਕਿਹੜਾ ਸੈਂਟੈਂਸ ਯੂਜ਼ ਹੋਊਗਾ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ। ਯਾਦ ਰੱਖਿਓ, ਜਿਹੜਾ ਕੰਮ ਪਾਸਟ ਦੇ ਵਿੱਚ ਸ਼ੁਰੂ ਹੋ ਜੇ ਤੇ ਹੁਣ ਤੱਕ ਚੱਲੀ ਜਾ ਰਿਹਾ ਹੋਵੇ ਉਹਨੂੰ ਕਹਿੰਦੇ ਆ, ਉੱਥੇ ਆਪਾਂ ਕੀ ਯੂਜ਼ ਕਰਦੇ ਹਾਂ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਤਾਂ ਇਹਦੀ ਪਹਿਚਾਣ ਕੀ ਹੁੰਦੀ ਹੈ, ਜਿੱਥੇ ਹੈਜ਼ ਬੀਨ ਆ ਜੇ, ਹੈਵ ਬੀਨ ਆ ਜੇ, तो वर्ब की फस्ट फॉर्म नाल ING आ जाए, नाल सिंस ते फोर आ जाए, तो उत्थे आपां की यूज़ करते हैं, उन्होंने आपां की कहने हैं, प्रैजेंट परफेक्ट कंटीन्यूस टेंस। जिथे हैज़ हैव बीन चो एक चीज़ आ जाए, क्योंकि सिंगुलर नाल हैज़ बीन लगूगा, प्लूरल नाल हैव बीन लगूगा, नाल वर्ब की फस्ट फॉर्म के नाल ING लगूगी, नाल सिंस ते फोर लगूगा। ठीक है जी, इन्हीं एग्जाम्पल देखो सारे। राम हैज़ बीन लिविंग हेयर सिंस 1993। 1993 तो राम इत्थे रह रहा है, मतलब 1993 ਦੇ ਵਿੱਚ ਕੰਮ ਸ਼ੁਰੂ ਹੋ ਗਿਆ ਸੀ ਉਹਦੇ ਰਹਿਣ ਦਾ, ਤੇ ਉਹ ਹੁਣ ਤੱਕ ਕੀ ਹੈ, ਇੱਥੇ ਰਹਿ ਰਿਹਾ ਹੈ। ਨੈਕਸਟ ਕੀ ਹੈ, ਦੇ ਹੈਵ ਬੀਨ ਸਿੰਗਿੰਗ ਸਿੰਸ ਮੋਰਨਿੰਗ। ਸਵੇਰ ਤੋਂ ਉਹ ਗਾ ਰਿਹਾ, ਉਹ ਗਾ ਰਹੇ ਹੈ, ਸਵੇਰ ਤੋਂ ਉਹ ਗਾ ਰਹੇ ਹੈ। ਦੇ ਹੈਵ ਬੀਨ ਸਿੰਗਿੰਗ ਸਿੰਸ ਮੋਰਨਿੰਗ। ਤਾਂ ਯਾਦ ਰੱਖਿਓ ਜੀ, ਇਹਦੀਆਂ ਐਗਜ਼ਾਮਪਲਾਂ ਹੈਜ਼ ਤੇ ਹੈਵ ਬੀਨ। हैज़ बीन सिंगुलर के नाल लगूगा, हैव बीन प्लूरल के नाल लगूगा। तो जिससे सिंस ते फोर आ जाए तो उत्थे आपां जिथे वर्ब की फस्ट फॉर्म नाल ING आ जाए तो उन्होंने आपां की कहने की है, प्रैजेंट परफेक्ट कंटीन्यूस टेंस। देखो आपां ब्लैंक्स दे विच यूज़ कित्थे कित्थे करांगे, ये चीज़ इंपॉर्टेंट हुंदी है। देखो फस्ट रूल की है जी इहदा, कि जिहड़े एक्शन देखो पास्ट दे विच शुरू हो जाण ते हुण तक चली जाण, तो उत्थे आपां जिहड़ा वेखो सेंटेंस आपां नूं शो करदा होवे ना कि काम जिहड़ा पास्ट दे विच शुरू हो गया तो हुण तक चली जा रहा, तो उत्थे आपां की यूज़ करांगे, प्रैजेंट परफेक्ट कंटीन्यूस टेंस। देखो द बेबी हैज़ बीन स्लीपिंग सिंस मॉर्निंग। जिहड़ा बेबी है सवेर तो सुत्ता पिया है, तो उत्थे आपां की यूज़ करांगे, हैज़ बीन नाल वर्ब की फस्ट फॉर्म नाल ING। तो याद रखियो। नैक्सट जिथे तुहानूं ये वर्ड मिल जान, देखो जिथे तुहानूं ये वर्ड मिल जान, फोर, सिंस, लॉन्ग, हाउ लॉन्ग, ऑल द टाइम। जिथे तुहानूं ये वर्ड मिल जान, इत्थे एक होर भी है, ऑल वीक। जिथे तुहानूं ये वर्ड मिल जान उत्थे याद रखियो हमेशा की यूज़ करोगे, प्रैजेंट परफेक्ट कंटीन्यूस। जिवें एग्जाम्पल देखो, शी हैज़ बीन क्राइंग ऑल द टाइम। जिथे ऑल द टाइम आ गया, हैज़ हैव बीन दे नाल की लग गई, वर्ब की फस्ट फॉर्म के नाल ING लग गई। तो याद रखियो जिथे सारे वर्ड तुहानूं मिल जान, मैं फिर रिपीट कर दिना जी, क्योंकि ये रूल है, तुहानूं याद रखने पैणगे, तुहानूं कितों नहीं लभणगे, ये बहुत वधिया रूल है। देखो की है, फोर, सिंस, लॉन्ग, हाउ लॉन्ग, ऑल द टाइम ते ऑल वीक। ਇਹੋ ਜਿਹੇ वर्ड जिथे तुहानूं मिल जान, तुसीं उत्थे की यूज़ करोगे, प्रैजेंट परफेक्ट कंटीन्यूस टेंस। देखो आप प्रैजेंट दे जिहड़े चार सी, प्रैजेंट इंडेफिनेट, प्रैजेंट कंटीन्यूस, प्रैजेंट परफेक्ट ते प्रैजेंट परफेक्ट कंटीन्यूस, ये चारों आप कर लए है। हुण आपां शुरू करन लगे हैं पास्ट। आपां ब्लैंक्स करांगे जी, अज ही करांगे हुणे ही। हुण आपां शुरू करन लगे हैं पास्ट।
ਤਾਂ ਪਾਸਟ ਵੀ ਚਾਰ ਤਰ੍ਹਾਂ ਦਾ ਹੁੰਦਾ ਤੇ ਪਾਸਟ ਦੀ ਪਹਿਲੀ ਫਾਰਮ ਕੀ ਹੈ ਪਾਸਟ ਇੰਡੈਫੀਨੇਟ, ਦੂਜੀ ਕੀ ਹੈ ਪਾਸਟ ਕੰਟੀਨਿਊਸ, ਤੀਜੀ ਕੀ ਹੈ ਪਾਸਟ ਪਰਫੈਕਟ, ਚੌਥੀ ਕੀ ਹੈ ਪਾਸਟ ਪਰਫੈਕਟ ਕੰਟੀਨਿਊਸ। ਤਾਂ ਆਪਾਂ ਪਹਿਲੀ ਕਰਨ ਲੱਗੇ ਹਾਂ ਪਾਸਟ ਇੰਡੈਫੀਨੇਟ, ਨਾਲ ਆਪਾਂ ਪਾਸਟ ਵੀ ਸ਼ੁਰੂ ਕਰਤਾ ਜੀ। ਤਾਂ ਪਾਸਟ ਇੰਡੈਫੀਨੇਟ ਤਾਂ ਇੱਥੇ ਇਹ ਕਿੱਥੇ ਯੂਜ਼ ਹੋਊਗਾ, ਦ ਟੈਂਸ ਇਜ਼ ਯੂਜ਼ਡ ਟੂ ਐਕਸਪ੍ਰੈਸ ਐਨ ਐਕਸ਼ਨ ਦੈਟ ਹੈਪਨਡ ਔਰ ਫਿਨਿਸ਼ਡ ਇਨ ਪਾਸਟ। ਜੋ ਕੰਮ ਪਾਸਟ ਦੇ ਵਿੱਚ ਮਤਲਬ ਪਹਿਲਾਂ ख़त्म ਹੋ ਚੁੱਕਿਆ ਹੋਵੇ ਤਾਂ ਉਸ ਚੀਜ਼ ਨੂੰ ਕੌਣ ਸ਼ੋਅ ਕਰਦਾ, ਪਾਸਟ ਇੰਡੈਫੀਨੇਟ ਸ਼ੋਅ ਕਰਦਾ। ਤਾਂ ਯਾਦ ਰੱਖਿਓ। ਤਾਂ ਦੇਖੋ ਜੀ ਇਹਦੇ 'ਚ ਕੀ ਲੱਗਦਾ, ਪਾਸਟ ਇੰਡੈਫੀਨੇਟ ਦੇ ਵਿੱਚ ਕੀ ਲੱਗਦਾ, ਓਨਲੀ ਵਰਬ ਦੀ ਸੈਕਿੰਡ ਫੋਰਮ। ਤਾਂ ਪਾਸਟ ਇੰਡੈਫੀਨੇਟ ਦੇ ਵਿੱਚ ਕੀ ਲੱਗਦਾ, ਓਨਲੀ ਵਰਬ ਦੀ ਸੈਕਿੰਡ ਫੋਰਮ। ਤਾਂ ਯਾਦ ਰੱਖਿਓ। ਨੈਕਸਟ ਹੈ ਸ਼ੀ ਰੋਟ ਆ ਬੁੱਕ। ਦੇਖੋ ਪਾਸਟ ਇੰਡੈਫੀਨੇਟ ਦੀ ਪਹਿਚਾਣ ਕੀ ਹੈ, ਸ਼ੀ ਰੋਟ ਆ ਬੁੱਕ, ਆ ਕੀ ਹੈ ਸੈਕਿੰਡ ਫੋਰਮ, ਰਾਈਟ ਰੋਟ ਰਿਟਨ। ਤਾਂ ਇਹ ਆਪਾਂ ਕੀ ਕਹਿ ਸਕਦੇ ਹਾਂ, ਇਹ ਕੀ ਹੈ ਪਾਸਟ ਇੰਡੈਫੀਨੇਟ ਟੈਂਸ। ਨੈਕਸਟ ਹੈ ਇੱਕ ਚੀਜ਼ ਬਸ ਆ ਨੋਟ ਹੈ ਨਾ ਜਿਹੜਾ ਇਹ ਯਾਦ ਰੱਖਿਓ, ਜਿੱਥੇ ਵੀ ਤੁਹਾਨੂੰ ਡੂ ਡਜ਼ ਤੇ ਡਿਡ ਆ ਗਿਆ ਉਹਦੇ ਹੈ ਨਾਲ ਹਮੇਸ਼ਾ ਕੀ ਲੱਗੂਗੀ ਵਰਬ ਦੀ ਫਸਟ ਫੋਰਮ। ਆ ਜਿਹੜਾ ਨੋਟ ਹੈ ਨਾ, ਇਹ ਨੋਟ ਤਾਂ ਮੈਂ ਬਣਾ ਕੇ ਲਿਖਿਆ ਕਿ ਇੰਪੋਰਟੈਂਟ ਚੀਜ਼ ਹੈ, ਇਸ ਨੂੰ ਯਾਦ ਰੱਖਿਓ। ਜਿੱਥੇ ਵੀ ਤੁਹਾਡੇ ਕੋਲ ਡੂ ਡਜ਼ ਤੇ ਡਿਡ ਆ ਗਿਆ ਉੱਥੇ ਕੀ ਲੱਗੂਗੀ ਵਰਬ ਦੀ ਫਸਟ ਫੋਰਮ ਲੱਗੂਗੀ। ਸਾਰੇ ਸਟੂਡੈਂਟਸ ਨੇ ਇਸ ਚੀਜ਼ ਨੂੰ ਯਾਦ ਰੱਖਣਾ ਹੈ। ਹੁਣ ਆਪਾਂ ਪਾਸਟ ਇਨਡੈਫੀਨੇਟ ਨੂੰ ਕਿੱਥੇ ਯੂਜ਼ ਕਰਾਂਗੇ, ਦੇਖੋ ਜੀ ਇਹ ਵੀ ਦੇਖ ਲਓ ਤੁਸੀਂ। ਦੇਖੋ ਜਿੱਥੇ ਤੁਹਾਡੇ ਕੋਲ ਇਹ ਵਰਡ ਆ ਗਏ ਕਿਹੜਾ, ਯੈਸਟਰਡੇ, ਅਗੋ, ਲਾਸਟ, ਦ ਅਦਰ ਡੇ, ਦ ਡੇ ਬਿਫੋਰ। ਜਿੱਥੇ ਤੁਹਾਡੇ ਕੋਲ ਇਹ ਵਰਡ ਆ ਗਏ ਜਿਹੜੇ ਸੈਂਟੈਂਸ ਦੇ ਵਿੱਚ ਆ ਗਏ ਉੱਥੇ ਤੁਸੀਂ ਕੀ ਯੂਜ਼ ਕਰੋਗੇ, ਸਿਰਫ ਵਰਬ ਦੀ ਸੈਕਿੰਡ ਫੋਰਮ ਮਤਲਬ ਪਾਸਟ ਇੰਡੈਫੀਨੇਟ। ਯਾਦ ਰੱਖਿਓ ਜਿੱਥੇ ਤੁਹਾਨੂੰ ਇਹ ਵਰਡ ਦੇ ਅੱਗੇ ਮੈਂ ਫਿਰ ਰਿਪੀਟ ਕਰ ਦਿੰਦਾ, ਯੈਸਟਰਡੇ, ਅਗੋ, ਲਾਸਟ, ਦ ਅਦਰ ਡੇ, ਦ ਡੇ ਬਿਫੋਰ। ਜਿੱਥੇ ਇਹ ਆ ਗਏ ਉੱਥੇ ਸਿਰਫ ਵਰਬ ਦੀ ਸੈਕਿੰਡ ਫੋਰਮ ਨੂੰ ਹੀ ਤੁਸੀਂ ਯੂਜ਼ ਕਰੋਗੇ, ਉਹਨੂੰ ਕੀ ਕਹਿੰਦੇ ਆ ਪਾਸਟ ਇੰਡੈਫੀਨੇਟ। ਤਾਂ ਯਾਦ ਰੱਖਿਓ ਜੀ। ਇੱਕ ਚੀਜ਼ ਹੋਰ ਵੀ ਕਿ ਪਾਸਟ ਦੀ ਹੈਬਿਟ ਨੂੰ, ਜਿਹੜੀ ਪੁਰਾਣੇ ਸਮੇਂ ਦੇ ਵਿੱਚ ਤੁਹਾਡੀ ਆਦਤ ਸੀਗੀ ਨਾ ਕਿ ਤੁਸੀਂ ਛੋਟੇ ਹੁੰਦੇ ਕੀ ਕਰਦੇ ਸੀ, ਤਾਂ ਉੱਥੇ ਵੀ ਕੀ ਯੂਜ਼ ਕਰਾਂਗੇ ਪਾਸਟ ਇੰਡੈਫੀਨੇਟ ਮਤਲਬ ਵਰਬ ਦੀ ਸੈਕਿੰਡ ਫੋਰਮ ਓਨਲੀ। ਆਈ ਪਲੇਡ ਅ ਕ੍ਰਿਕਟ ਇਨ ਮਾਈ ਚਾਈਲਡਹੁੱਡ, ਮੈਂ ਛੋਟੇ ਹੁੰਦੇ ਕ੍ਰਿਕਟ ਖੇਡਦਾ ਸੀ, ਤਾਂ ਉੱਥੇ ਕੀ ਆ ਗਈ ਇਕੱਲੀ ਵਰਬ ਦੀ ਸੈਕਿੰਡ ਫੋਰਮ ਮਤਲਬ ਪਾਸਟ ਇੰਡੈਫੀਨੇਟ ਆ ਗਿਆ। ਯਾਦ ਰੱਖਿਓ। ਨੈਕਸਟ ਜਦੋਂ ਤੁਹਾਨੂੰ ਇਹ ਤਿੰਨੋਂ ਵਰਡ ਆ ਜਾਣ, ਇਟ ਇਜ਼ ਟਾਈਮ, ਇਟ ਇਜ਼ ਹਾਈ ਟਾਈਮ, ਇਟ ਇਜ਼ ਅਬਾਊਟ ਟਾਈਮ, ਮਤਲਬ ਇਹਨੂੰ ਫਰੇਜ਼ ਬੋਲਦੇ ਆ। ਜਦੋਂ ਤਿੰਨੋਂ ਫਰੇਜ਼ ਆ ਗਈਆਂ ਤਾਂ ਉੱਥੇ ਵੀ ਕੀ ਯੂਜ਼ ਕਰੋਗੇ ਵਰਬ ਦੀ ਸੈਕਿੰਡ ਫੋਰਮ। ਯਾਦ ਰੱਖਿਓ ਇਟ ਇਜ਼ ਟਾਈਮ, ਇਟ ਇਜ਼ ਹਾਈ ਟਾਈਮ, ਇਟ ਇਜ਼ ਅਬਾਊਟ ਟਾਈਮ, ਇਟ ਇਜ਼ ਟਾਈਮ, ਇਟ ਇਜ਼ ਹਾਈ ਟਾਈਮ, ਇਟ ਇਜ਼ ਅਬਾਊਟ ਟਾਈਮ। ਹੁਣ ਆਪਾਂ ਬਲੈਂਕਸ ਕਰਦੇ ਹਾਂ ਜੀ। ਦੇਖੋ ਹੁਣ ਜਿਹੜੀਆਂ ਬਲੈਂਕਸ ਸਾਰਿਆਂ ਨੇ ਮੈਨੂੰ ਜਵਾਬ ਦੇਣਾ, ਸਾਰੇ ਸਟੂਡੈਂਟਸ ਨੇ ਮੈਨੂੰ ਜਵਾਬ ਦੇਣਾ ਬਲੈਂਕਸ ਦਾ। ਦੇਖੋ ਫਸਟ ਤੁਹਾਡੇ ਸਾਹਮਣੇ ਹੈ ਕੀ ਆ ਗਿਆ, ਆਈ ਡੈਸ਼ ਰਾਈਟਿੰਗ ਆਰਟੀਕਲਸ ਔਨ ਡਿਫਰੈਂਟ ਟੌਪਿਕ ਸਿੰਸ ਮੋਰਨਿੰਗ। ਦੱਸੋ ਜੀ ਇੱਥੇ ਕੀ ਆਏਗਾ, ਤੁਸੀਂ ਆਪ ਹੀ ਸੋਚ ਲਓ। ਜੇ ਤੁਹਾਨੂੰ ਰੂਲ ਨਹੀਂ ਪਤਾ ਤੁਸੀਂ ਐਗਜ਼ਾਮ 'ਚ ਇਹਦਾ ਕੀ ਆਨਸਰ ਲਾ ਕੇ ਆਉਂਦੇ, ਤੁਸੀਂ ਆਪ ਹੀ ਸੋਚ ਸਕਦੇ ਹੋ। ਦੱਸੋ ਜੀ ਕੀ ਆਏਗਾ। ਆਈ ਨਾਲ ਹਮੇਸ਼ਾ ਕੀ ਆਉਂਦਾ, ਪਲੂਰਲ ਆਉਂਦਾ। ਆਪਾਂ ਨੂੰ ਪਤਾ ਕਿ ਆਈ ਕੀ ਹੁੰਦੀ ਹੈ, ਪਲੂਰਲ ਹੁੰਦੀ ਹੈ। ਤਾਂ ਪਲੂਰਲ ਇੱਥੇ ਕੀ ਹੈ ਜੀ, ਦੇਖੋ ਆਪਾਂ ਨੂੰ ਪਤਾ ਸਿੰਸ ਆ ਗਿਆ। ਸਿੰਸ ਕਿਹਨੂੰ ਸ਼ੋ ਕਰ ਰਿਹਾ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨੂੰ। ਤਾਂ ਆਈ हैव बीन, तो की आ गया ऑप्शन नंबर डी, हैज़ नहीं आएगा, हैड नहीं आएगा, वर नहीं आएगा। की आ गया ऑप्शन नंबर डी ही अपना आंसर है। जेडे स्टूडेंट ने डी दसिया, आई हैव बीन राइटिंग आर्टिकल्स ऑन डिफरेंट टॉपिक्स सिंस मॉर्निंग। नैक्सट देखो, यू डैश शॉपिंग इन दैट मार्केट फॉर 3 आवर्स। 4 आ गया जी, दसो की आएगा, दसो जल्दी नाल की आएगा, फॉर 3 आवर्स। दसो जी की आएगा इत्थे, यू डैश शॉपिंग इन दैट मार्केट फॉर डैश आवर। तो इत्थे की आएगा, हैव बीन। तो यू दे नाल प्लूरल लगेगा तो हैव बीन आ गया। की आ गया जी, हैव बीन, क्योंकि 4 आ गया। मैं तुहानू क्या जिते 4 आ जाए उदे तुसी याद रखना है जी। तो नैक्सट देखो, इत्थे की आएगा जी, आई हैव बीन डैश हिम टू डू द टास्क एन आवर। दसो इत्थे की आएगा, आई हैव बीन डैश हिम टू डू द टास्क एन आवर। क्या हेल्पड, हेल्प, हेल्पिंग या हैड हेल्पिंग।
दसो जी की आएगा, सारे स्टूडेंट्स दसो। दसो जी इत्थे की आएगा, आई हैव बीन, तो इत्थे आएगा आई हैव बीन। तो देखो आ नहीं आ सकता, ए बी तो डी। देखो आई हैव बीन हैल्पिंग, क्योंकि हैव तो हैज़ बीन आ वी दी फस्ट फॉर्म नाल ING आती है, तो की आ गया ऑप्शन नंबर सी। तो नैक्सट वाल चलते हैं जी आप। देखो नैक्सट की है, द बॉयज़ डैश बीन प्लेइंग क्रिकेट इन द फील्ड फॉर 5 आवर। दसो इत्थे की आएगा जी, हैव, वाज, हैज़ या वर। तो जल्दी ना दसो जी की आएगा इत्थे। द बॉय डैश बीन प्लेइंग क्रिकेट इन द फील्ड फॉर 5 आवर्स। देखो 4 लगे, मतलब हैज़ बीन तो हैव बीन और वर्ब की फस्ट फॉर्म नाल ING आएगी। बॉय सिंगुलर है तो सिंगुलर आएगा, हैव आ नहीं सकता, वाज आ नहीं सकता, वर आ नहीं सकता, तो रह की गया हैज़। ऑप्शन नंबर सी, सी इज़ द राइट ऑप्शन। नेक्स्ट देखो जी, देखो आई डैश टू मेलोडियस सॉन्ग लास्ट इवनिंग। देखो लास्ट इवनिंग मैं दसिया सी ना, जिथे लास्ट आ जाए उत्थे की आएगा, दसो जी की आएगा इत्थे, सारे स्टूडेंट दसो। आई डैश टू मेलोडियस सॉन्ग लास्ट इवनिंग। देखो जो भी अपने को आ जाए लास्ट, तो आप सिर्फ की यूज़ करांगे, लिसनड, तो मतलब वर्ब दी सैकेंड फॉर्म, वर्ब दी सैकेंड फॉर्म, मतलब सी इज़ द राइट ऑप्शन। तो सी आई लिसन टू द मेलोडियस सॉन्ग लास्ट इवनिंग। तो नेक्स्ट देखो, आई डैश टू द लाइब्रेरी येस्टरडे, तो की आएगा, आई गो, वेंट, गोन या गोइंग, की आएगा जी। दसो आई डैश टू द लाइब्रेरी येस्टरडे, तो लाइब्रेरी लिखा होया कि जो भी येस्टरडे आ जाए आपको पता है सिर्फ वर्ब की सैकेंड फॉर्म आएगी, मतलब पास्ट इंडेफिनिट। आई गो, वेंट, गोन, मतलब वेंट इज़ द सैकेंड फॉर्म, तो की आ गया वेंट, मतलब बी ऑप्शन। ए भी गलत है, सी भी गलत है, तो डी भी गलत है। याद रखियो जी, बी इज़ द राइट ऑप्शन, वेंट आएगा। देखो जिन्होंने रूल पता है वो 1 सैकेंड के जवाब दे आऊगा, तो याद रखियो जी। नैक्सट देखो, आई डिड नॉट डैश आ प्ले येस्टरडे। आई डिड नॉट डैश आ प्ले येस्टरडे, आई डिड नॉट डैश आ प्ले येस्टरडे की आएगा जी, दसो ABCD ਦੇ ਵਿੱਚੋਂ। मैं ਤੁਹਾਨੂੰ क्या सी जिथे डू, डिड ते डज, डू डज ते डिड आ जाओ तो वर्ब की फस्ट फॉर्म आएगी। तो की होंगी सी, सा, सीन, तो वर्ब की फस्ट फॉर्म केड़ी है, सी, तो ए ऑप्शन इज़ द राइट ऑप्शन। सा भी नहीं आना, सीन भी नहीं आना, हैड सीन या हैव सीन कुछ भी नहीं आऊगा, तो की आएगा, आई डिड नॉट सी आ प्ले येस्टरडे, सी, सा, सीन। बस देखो किन्ने ईजी क्वेश्चन है जी, जिन्होंने रूल पता उन्होंने लिए। नैक्सट, आई डैश फ्रेंच वैन आई वाज चाइल्ड, आई डैश फ्रेंच वैन आई वाज चाइल्ड, तो की आएगा। देखो इत्थे की दस्या गया, जिहड़ी अपनी पास्ट दी जो चाइल्ड हुंदा सी उतों दी हैबिट दसी है, तो की आएगा, वर्ब दी सैकेंड फॉर्म ओनली। तो वर्ब दी सैकेंड फॉर्म केड़ी है जी, इहदे विचों सिर्फ बी ऑप्शन। आ स्टडी नहीं आएगा, स्टडीज़ या हैव स्टडी, तो बी ऑप्शन इज़ द राइट ऑप्शन, तो बी आएगा। तो बी इज़ द राइट ऑप्शन। जेडे स्टूडेंट्स ने भी बी दस्या बहुत वधिया दस्या। नैक्सट चलते हैं जी आप ईडियम फ्रेजिज वाल, होर भी अरे आप MCQ करने हैं जी। ईडियम फ्रेजिज दे विच पहला की है, पुट टू द स्वॉर्ड। पुट टू द स्वॉर्ड का मतलब होंदा है मार देना, टू किल, तो उन्होंने की कहते हैं, पुट टू द स्वॉर्ड, मतलब मार देना। नैक्सट है पुट अप विद। पुट अप विद का मतलब होंदा सहन करना, टू टॉलरेट, तो पुट अप विद का मतलब होंदा सहन करना। नैक्सट है रैंक एंड फाइल। रैंक एंड फाइल का मतलब लोअर मिडल क्लास पीपल, ਜਿਹੜੇ लोअर मिडल क्लास पीपल ਹੁੰਦੇ ਆ ਉਹਨਾਂ ਨੂੰ ਬੋਲਿਆ ਜਾਂਦਾ रैंक एंड फाइल। नैक्सट है रोल अप वंस स्लीव्स। रोल अप वंस स्लीव का मतलब होंदा है टू बी प्रिपेयर्ड फॉर हार्ड वर्क, कड़ी मेहनत, मतलब सख्त मेहनत के लिए तैयार रहना, टू बी प्रिपेयर्ड फॉर हार्ड वर्क, रोल अप वंस स्लीव। नैक्सट है रन डाउन। रन डाउन का मतलब होंदा है रिड्यूस इन हैल्थ, टू क्रिटिसाइज। इन्हें दो मतलब है, पहला की है रिड्यूस इन हैल्थ, मतलब जी अपनी सेहत दे विच मतलब थल्ले होना, सेहत का मतलब सेहत का घट जाना, रिड्यूस हो जाना, हैल्थ का इशू आ जाना। नैक्सट है टू क्रिटिसाइज, मतलब किसी की आलोचना करना।
ਨੈਕਸਟ ਹੈ ਸਕੇਅਰ ਮੀਲ। ਸਕੇਅਰ ਮੀਲ ਦਾ ਮਤਲਬ ਹੁੰਦਾ ਪੇਟ ਭਰ ਭੋਜਨ। ਫੁੱਲ ਮੀਲ ਮਤਲਬ ਪੇਟ ਭਰ ਕੇ ਭੋਜਨ ਖਾਣਾ ਸਕੇਅਰ ਮੀਲ ਹੁੰਦਾ। ਬਿਲਕੁਲ ਸਿੰਪਲ ਜਿਹਾ ਜੀ, ਇਹਨੂੰ ਯਾਦ ਰੱਖਿਓ ਫਰੇਜ਼, ਈਡੀਅਮ ਫਰੇਜ਼ਿਸ। ਨੈਕਸਟ ਹੈ ਵਨ ਵਰਡ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਵਨ ਹੂ ਇਜ਼ ਇੰਟਰਸਟਡ ਇਨ ਰੀਡਿੰਗ ਬੁੱਕ ਐਂਡ ਨਥਿੰਗ ਐਲਸ, ਜੋ ਸਿਰਫ ਬੁੱਕ ਦੇ ਵਿੱਚ ਮਤਲਬ ਰੀਡਿੰਗ ਮਤਲਬ ਦੇ ਵਿੱਚ ਇੰਟਰਸਟ ਰੱਖਦਾ ਹੋਵੇ ਤੇ ਹੋਰ ਕਾਸੇ ਵਿੱਚ ਨਹੀਂ, ਨਥਿੰਗ ਐਲਸ, ਉਹਨੂੰ ਕਹਿੰਦੇ ਬੁੱਕ ਵਰਮ, ਕਿਤਾਬੀ ਕੀੜਾ। ਯਾਦ ਰੱਖਿਓ ਬੁੱਕ ਵਰਮ। ਨੈਕਸਟ ਦਾ ਐਬਸੈਂਸ ਆਫ ਗੌਰਮੈਂਟ ਇਨ ਦਾ ਕੰਟਰੀ, ਕੰਟਰੀ ਦੇ ਵਿੱਚ ਜਦੋਂ ਗੌਰਮੈਂਟ ਨਾ ਹੋਵੇ ਉਹਨੂੰ ਕੀ ਕਹਿੰਦੇ ਆ, ਅਨਾਰਚੀ, ਤਾਂ ਉਹਨੂੰ ਕੀ ਕਹਿੰਦੇ ਆ, ਅਨਾਰਚੀ। ਨੈਕਸਟ ਹੈ ਹੈਵਿੰਗ ਮੋਰ ਦੈਨ ਵਨ ਮੀਨਿੰਗ, ਜਿਹਦੇ ਇੱਕ ਤੋਂ ਜ਼ਿਆਦਾ ਮੀਨਿੰਗ ਹੋਣ ਉਹਨੂੰ ਕਹਿੰਦੇ ਐਂਬੀਗੀਅਸ, ਤਾਂ ਉਹਨੂੰ ਕੀ ਕਹਿੰਦੇ ਆ ਜੀ, ਐਂਬੀਗੀਅਸ। ਨੈਕਸਟ ਦੇਖੋ ਫਾਈਂਡ ਦਾ ਕਰੈਕਟ, ਕਰੈਕਟ ਫਾਈਂਡ ਕਰੋ ਇਹਦੇ ਵਿੱਚੋਂ ਦੱਸੋ ਕਿ ਕਰੈਕਟ ਮੀਨਿੰਗ ਮਤਲਬ ਕਰੈਕਟ ਸਪੈਲਿੰਗ ਕਿਹੜਾ ਹੈ, ਇਹਦੇ ਵਿੱਚੋਂ ਦੱਸੋ ਕਰੈਕਟ ਸਪੈਲਿੰਗ ਕਿਹੜਾ ਹੈ। ਆਪਸ਼ਨ A B C D ਦੇ ਵਿੱਚੋਂ ਤੁਹਾਡੇ ਸਾਹਮਣੇ ਹੈ ਜੀ, ਤਾਂ ਦੱਸੋ ਕਰੈਕਟ ਸਪੈਲਿੰਗ ਕਿਹੜਾ। ਕਮੈਂਡੇਬਲ ਕੀ ਆਏਗਾ, ਦੱਸੋ ਜੀ, ਜਲਦੀ ਨਾਲ ਦੱਸੋ ਸਾਰੇ ਸਟੂਡੈਂਟਸ ਦੱਸੋ, ਮੈਂ ਟਾਈਮ ਦੇ ਰਿਹਾ। ਕਮੈਂਡੇਬਲ ਕਿਹੜਾ ਜੀ, ਇਹਦੇ ਵਿੱਚੋਂ ਕਰੈਕਟ ਸਪੈਲਿੰਗ ਕਿਹੜਾ। ਦੇਖੋ ਜਿਹੜੇ A ਕਹਿ ਰਹੇ ਆ ਉਹ ਵੀ ਗਲਤ ਹੈ, ਦੱਸਦੇ ਜਾਓ। ਜਿਹੜੇ B ਕਹਿ ਰਹੇ ਆ ਉਹ ਵੀ ਗਲਤ ਹੈ, ਜਿਹੜੇ C ਕਹਿ ਰਹੇ ਆ ਉਹ ਵੀ ਗਲਤ ਹੈ। ਤਾਂ D ਆਪਸ਼ਨ ਰਾਈਟ ਹੈ, ਕਮੈਂਡੇਬਲ ਦਾ ਸਪੈਲਿੰਗ ਸਹੀ ਹੈ। ਸਪੈਲਿੰਗ ਚੈੱਕ ਵਾਲਾ ਯਾਦ ਰੱਖਣਾ ਹੈ, ਸਪੈਲਿੰਗ ਚੈੱਕ ਐਗਜ਼ਾਮ ਦੇ ਵਿੱਚ ਆ ਸਕਦਾ। ਨੈਕਸਟ ਵਰਡ ਦੇਖੋ ਜੀ, ਫਾਈਂਡ ਦਾ ਕਰੈਕਟ। ਨੈਕਸਟ ਦੱਸੋ ਬੋਇਸਟਰੀਅਸ, ਬੋਇਸਟਰੀਅਸ ਦੇ ਸਪੈਲਿੰਗ ਕੀ ਹੈ, ਸਹੀ ਕਰੈਕਟ ਦੱਸੋ। ਦੱਸੋ ਕਿਹੜੇ ਸਪੈਲਿੰਗ ਕਰੈਕਟ ਹੈ ਜੀ, ਸਾਰੇ ਸਟੂਡੈਂਟਸ ਦੱਸੋ ਕਿਹੜੇ ਸਪੈਲਿੰਗ ਕਰੈਕਟ ਹੈ A B C D ਦੇ ਵਿੱਚੋਂ। ਜਿਹੜੇ A ਕਹਿ ਰਹੇ ਆ ਉਹ ਵੀ ਰੋਂਗ ਹੈ, ਜਿਹੜੇ B ਕਹਿ ਰਹੇ ਆ ਉਹ ਵੀ ਰੋਂਗ ਹੈ, C ਵਾਲੇ ਕਰੈਕਟ ਹੈ, D ਵਾਲੇ ਵੀ ਰੋਂਗ ਹੈ। C ਇਜ਼ ਦਾ ਕਰੈਕਟ। ਨੈਕਸਟ ਦੇਖੋ ਫਾਈਂਡ ਦਾ ਕਰੈਕਟ ਕੈਲੀਗ੍ਰਾਫੀ, ਕੈਲੀਗ੍ਰਾਫੀ ਦੇ ਸਪੈਲਿੰਗ ਦੱਸੋ ਜੀ ਕੀ ਆਉਣਗੇ। ਤੇ ਕੈਲੀਗ੍ਰਾਫੀ ਦੇਖੋ ਕੀ ਆਏਗਾ, ਤੇ ਕੈਲੀਗ੍ਰਾਫੀ ਦੇ ਸਹੀ ਸਪੈਲਿੰਗ ਕੀ ਹੈ ਦੱਸੋ ਸਾਰੇ ਸਟੂਡੈਂਟ ਦੱਸੋ ਜੀ ਕੈਲੀਗ੍ਰਾਫੀ ਦੇ ਸਪੈਲਿੰਗ। ਕਰੈਕਟ ਸਪੈਲਿੰਗ ਆਫ ਕੈਲੀਗ੍ਰਾਫੀ, B ਵੀ ਗਲਤ ਹੈ, C ਵੀ ਗਲਤ ਹੈ, D ਵੀ ਗਲਤ ਹੈ, A ਇਜ਼ ਦਾ ਕਰੈਕਟ। A ਕਰੈਕਟ ਹੈ, A ਹੀ ਕਰੈਕਟ ਹੈ ਜੀ, ਜਿਨ੍ਹਾਂ ਨੇ A ਦੱਸਿਆ ਬਹੁਤ ਵਧੀਆ ਦੱਸਿਆ। ਨੈਕਸਟ ਦੇਖੋ ਜੀ ਟਰਾਂਸਲੇਸ਼ਨ, ਸਾਰਿਆਂ ਨੇ ਜਵਾਬ ਦੇ ਦੇਣਾ ਮੈਨੂੰ। ਨੈਕਸਟ ਦੇਖੋ ਇੱਥੇ ਜਸ਼ਨ ਜੀ ਵਾਲਾ ਕਾਂਟਾ ਮਾਰ ਦਿਓ ਸਾਰੇ, ਕਾਂਟਾ ਲਗਾ ਇੱਥੇ, ਉਹ ਜਸ਼ਨ ਜੀ ਵਾਲਾ ਕਾਂਟਾ ਕੰਮ ਆਏਗਾ। ਦੱਸੋ ਉਹ ਸਿਨੇਮੇ ਉੱਤੇ ਤੁਹਾਡਾ ਇੰਤਜ਼ਾਰ ਕਰੇਗੀ। ਆਪਸ਼ਨ A B C D, ਮੈਂ ਤੁਹਾਨੂੰ ਟਾਈਮ ਦਿੰਦਾ ਫਿਰ ਮੈਂ ਤੁਹਾਨੂੰ ਦੱਸਦਾ ਕਿਹੜੀ ਆਪਸ਼ਨ ਸਹੀ ਹੈ, ਜਲਦੀ ਦੱਸੋ ਮੈਨੂੰ। ਉਹ ਸਿਨੇਮੇ ਉੱਤੇ ਤੁਹਾਡਾ ਇੰਤਜ਼ਾਰ ਕਰੇਗੀ, ਫਿਊਚਰ ਦੇ ਵਿੱਚ ਗੱਲ ਹੈ, ਦੱਸੋ ਕੀ ਆਏਗਾ ਜੀ। ਉਹ ਸਿਨੇਮਾ ਉੱਤੇ ਤੁਹਾਡਾ ਇੰਤਜ਼ਾਰ ਕਰੇਗੀ। ਸ਼ੀ ਵੇਟ ਫੋਰ ਯੂ ਐਟ ਸਿਨੇਮਾ, ਸ਼ੀ ਵੁੱਡ ਵੇਟਡ, ਦੇਖੋ ਵੁੱਡ ਦੇ ਨਾਲ ਕਦੇ ਵੀ ਹੈ ਜਿਹੜੀ ਵਰਬ ਦੀ ਜਾਂ ਸੈਕਿੰਡ ਜਾਂ ਥਰਡ ਫੋਰਮ ਨਹੀਂ ਆਉਂਦੀ ਹੁੰਦੀ, ਤਾਂ B 'ਤੇ ਕਾਂਟਾ ਮਾਰ ਦਿਓ। ਵਿਲ ਦੇ ਨਾਲ ਵੀ ਨਹੀਂ ਆਉਂਦੀ ਹੁੰਦੀ, ਵਿਲ ਦੇ ਨਾਲ ਵੀ ਵਰਬ ਦੀ ਫਸਟ ਫੋਰਮ ਆਉਂਦੀ ਹੁੰਦੀ ਹੈ। ਤਾਂ ਸ਼ੀ ਵੇਟ ਇੱਥੇ ਦਾ ਦੇਖੋ ਉਹਨਾਂ ਨੇ ਸ਼ੀ ਵੇਟ ਕਿਹਾ, ਤਾਂ ਇਹਦਾ ਮਤਲਬ ਇਹ ਤਾਂ ਫਿਊਚਰ ਦੇ ਵਿੱਚ ਗਿਆ ਹੀ ਨਹੀਂ, ਤਾਂ A 'ਤੇ ਵੀ ਗਲਤ। ਤਾਂ ਰਾਈਟ ਆਪਸ਼ਨ ਆਪਸ਼ਨ ਨੰਬਰ D, ਤਾਂ D ਇਜ਼ ਦਾ ਰਾਈਟ ਆਪਸ਼ਨ। ਤਾਂ D ਹੀ ਰਾਈਟ ਹੈ, ਜਿਹੜੇ ਸਟੂਡੈਂਟ ਨੇ D ਦੱਸਿਆ ਬਹੁਤ ਵਧੀਆ ਦੱਸਿਆ, ਬਾਕੀ ਗਲਤ ਹੈ। ਮੈਂ ਫਿਰ ਦੱਸ ਦਿੰਦਾ ਜੀ ਗਲਤ ਕਿਉਂ ਹੋਇਆ। ਇੱਥੇ ਤਾਂ ਫਿਊਚਰ ਦੇ ਵਿੱਚ ਗੱਲ ਨਹੀਂ ਕੀਤੀ ਉਹਨਾਂ ਨੇ, ਵਿਲ ਲੱਗਿਆ ਨਹੀਂ, ਵੁੱਡ ਦੇ ਨਾਲ ਕਦੇ ਵੀ ਨਹੀਂ ਆਉਂਦੀ ਹੁੰਦੀ ਵਰਬ ਦੀ ਸੈਕਿੰਡ ਥਰਡ ਫੋਰਮ, ਵਿਲ ਦੇ ਨਾਲ ਵੀ ਨਹੀਂ ਆਉਂਦੀ ਹੁੰਦੀ। ਤਾਂ ਰਾਈਟ ਆਪਸ਼ਨ ਆਪਸ਼ਨ ਨੰਬਰ D, D ਇਜ਼ ਦਾ ਰਾਈਟ ਆਪਸ਼ਨ। ਨੈਕਸਟ ਦੇਖੋ ਜੀ ਐਮਰਜੈਂਸੀ ਵਾਰਡ ਕਿੱਥੇ ਹੈ, ਐਮਰਜੈਂਸੀ ਵਾਰਡ ਕਿੱਥੇ ਹੈ ਦੱਸੋ, ਦੱਸੋ ਕਿੱਥੇ ਹੈ ਐਮਰਜੈਂਸੀ ਵਾਰਡ, ਦੱਸੋ ਕੀ ਆਏਗਾ ਜੀ। ਵੈਨ ਇਜ਼ ਦਾ ਐਮਰਜੈਂਸੀ ਵਾਰਡ, ਵੇਅਰ ਇਜ਼ ਦਾ ਐਮਰਜੈਂਸੀ ਵਾਰਡ, ਵੇਅਰ ਇਜ਼ ਦਾ ਐਮਰਜੈਂਸੀ ਵਾਰਡ, ਅਤੇ ਹਾਊ ਇਜ਼ ਦਾ ਐਮਰਜੈਂਸੀ ਵਾਰਡ, ਦੱਸੋ ਕੀ ਆਏਗਾ। A B C D ਦੇ ਵਿੱਚੋਂ ਦੱਸੋ ਜੀ ਕੀ ਆਏਗਾ।
देखो जदों कहन कित्थे है तो कित्थे वेले वैन कदे नहीं लगता। वैन का मतलब हुंदा कदों, तो हाउ का मतलब हुंदा किवें। ए ते डी तो पहलां ही कांटे बज गए। बी ते सी विचों दसो। देखो सी दे विच है ना जिहड़ा एमरजेंसी की स्पैलिंग गलत है, राइट बी है। सी दे विच तो देखो एमरजेंसी की स्पैलिंग गलत है, बी राइट है। नैक्सट देखो फिल्म कदों शुरू होवेगी, तो फिल्म कदों शुरू होवेगी, दसो कदों शुरू होवेगी, फिल्म कदों शुरू होवेगी। वैन विल द फिल्म स्टार्ट, वैन विल द फिल्म स्टार्टड, वेयर विल द फिल्म स्टार्टड, वेयर विल द फिल्म स्टार्टड। देखो डी दे विच फिल्म की स्पैलिंग गलत है, दसो की आएगा। मैं हुणे क्या विल दे नाल वर्ब की फस्ट फॉर्म आउंदी है, स्टार्टड नहीं लग सकता। विल दे नाल वर्ब की फस्ट फॉर्म आउंदी, स्टार्टड नहीं लग सकता। तो राइट ऑप्शन ऑप्शन ए है। तो राइट ऑप्शन की है? ऑप्शन नंबर ए। नैक्सट देखो जी, अपनियां बुरियां आदतां छड्ड दिओ। तो दसो जी अपनियां बुरियां आदतां छड्ड दिओ, की आएगा दसो। अपनियां बुरियां आदतां छड्ड दिओ। गिव अप यूअर बैड हैबिट या गिव अप यूअर गुड। देखो लै पहले तो देखो गिव अप यूअर गुड हैबिट, पहला तो उही गलत है। उत्ते कह रहे हैं कि अपनियां बुरियां आदतां छड्डो, थल्ले कह रहे हैं कि चंगियां आदतां छड्डो। तो सी च भी यही हाल है, गिव अप यूअर गुड हैल्थ। लै हैल्थ विच कित्थों आ गई, दसो की आएगा। गिव अप यूअर बैड हैबिट्स। देखो बी दे विच ना हैबिट दे स्पैलिंग देखो की पाए पे, होर ही कुछ पाया पे। डी राइट है, गिव अप यूअर बैड हैबिट्स। देखो सारा कुछ चैक करन तो बाद ही आपां ऑप्शन नूं सिलैक्ट करना है। डी ऑप्शन आ गई जी, बिल्कुल राइट है। तो होर भी तुहाडे लई होर भी अगे लैके आवांगे। कमेंट जरूर कर दिओ जी किवें लग्गिआ तुहानूं। बाद दे विच कमेंट कर दिओ जदों वीडियो अपलोड होगी। तो लाइक शेयर जरूर कर दिओ। बहुत बहुत धन्नवाद जी, बहुत बहुत शुक्रिया सारिਆਂ ਦਾ। होर भी लैके आवांगे कल सवेरे 10 बजे क्लास भी है जी, जरूर आयो। बहुत बहुत धन्नवाद, बहुत बहुत शुक्रिया।